तो मैं भी कहता हूं आज के बाद मैं सिर्फ वही जाऊंगा जहां मेरे आगे पीछे गाने वाले सिर्फ सनातनी होंगे। अगर मुसलमान हुआ तो मैं भी नहीं जाऊंगा। ਇਹਨੂੰ ਘੁਮਾ ਦਿੱਤਾ ਗਿਆ ਗੱਲ ਨੂੰ ਕਿਤੇ ਨਾ ਕਿਤੇ ਇਸ ਮਸਲੇ ਦਾ ਜਿਹੜਾ ਸਹੀ ਮੈਸੇਜ ਸੀ ਉਹਨੂੰ ਗੁੰਮਰਾਹ ਕਰਨ ਦੇ ਲਈ ਕਨਈਆ ਮਿੱਤਲ ਨੂੰ ਮੈਂ ਪਹਿਲਾਂ ਵੀ ਕਿਹਾ ਰਾਜਨੀਤਿਕ ਸ਼ਿਕਾਰ ਬਣਾਇਆ ਜਾ ਰਿਹਾ। ਉਹਦਾ ਮੈਸੇਜ ਸਿਰਫ ਤੇ ਸਿਰਫ ਆਪਦੀ ਸਨਾਤਨੀਆਂ ਨੂੰ ਸੀਗਾ ਕਿ ਮਰਿਆਦਾ ਉਹਦਾ ਪਾਲਣ ਹੋਣਾ ਚਾਹੀਦਾ ਜਿਹੜਾ ਕਿ ਹਰ ਇੱਕ ਧਰਮ 'ਚ ਹੋਣਾ ਚਾਹੀਦਾ। ਮੇਰਾ ਰੰਗਲਾ ਪੰਜਾਬ रंगला है पंजाब दा विरसा एक वार ते आके वेखो जरा। ਨੇ ਮੈਂ ਹਾਲਾਂਕਿ ਇਹਦਾ ਕੋਈ ਪਰਸਨਲ ਕਨਈਆ ਮਿੱਤਲ ਨੂੰ ਅੱਜ ਤੱਕ ਨਹੀਂ ਮਿਲਿਆ, ਜ਼ਿੰਦਗੀ 'ਚ ਮੈਂ ਕਦੀ ਲਾਈਵ ਨਹੀਂ ਸੁਣਿਆ, ਨਾ ਹੀ ਮੇਰੀ ਕੋਈ ਦੋਸਤੀ ਨਾ ਹੀ ਕੋਈ ਰਿਸ਼ਤੇਦਾਰੀ ਹੈ। ਲੇਕਿਨ ਇਸ ਗੱਲ ਦੇ ਨਾਲ ਮੈਂ ਬਿਲਕੁਲ ਉਹਨਾਂ ਦਾ ਸਮਰਥਨ ਵੀ ਕੀਤਾ ਔਰ ਅਸੀਂ ਸ਼ਿਵ ਸੈਨਾ ਵੱਲੋਂ ਵੀ ਪੂਰਾ ਇਸ ਗੱਲ ਨੂੰ ਲੈ ਕੇ ਹੁਣ ਅੱਗੋਂ ਅਸੀਂ ਇਹ ਪ੍ਰਯਾਸ ਕਰਾਂਗੇ। ਗੁਰੂ ਸਾਹਿਬ ਦਾ ਕੋਈ ਕਾਰਜ ਕਰਾਉਂਦੇ ਆ, ਕੋਈ ਪਾਠ ਕਰਾਉਂਦੇ ਹੋ ਤਾਂ ਉਹਦੇ ਵਾਸਤੇ ਇੱਕ ਨਿਯਮ ਹੈ। ਉਹਦੇ ਵਿੱਚ ਕੇਵਲ ਅੰਮ੍ਰਿਤਧਾਰੀ ਜਿਹੜੇ ਰਾਗੀ ਜਥੇ ਨੇ ਉਹੀ ਭਾਗ ਲੈ ਸਕਦੇ ਆ, ਜਿਹੜੇ ਪਾਠੀ ਸਾਹਿਬ ਨੇ ਉਹੀ ਅਰਦਾਸ ਕਰ ਸਕਦੇ ਆ ਜਿਹਨਾਂ ਨੂੰ ਅਸੀਂ ਭਾਈ ਜੀ ਕਹਿੰਦੇ ਆ। ਤੇ ਜੇ ਅੱਜ ਕਿਸੇ ਸਨਾਤਨੀ ਨੇ ਇੱਕ ਸਨਾਤਨ ਧਰਮ ਦੇ ਮੰਚ ਤੋਂ ਸਨਾਤਨ ਧਰਮ ਦੀ ਪੂਜਾ ਅਰਚਨਾ ਦੇ ਇੱਕ ਵਿਧੀਵਤ ਰੂਪ ਨਾਲ ਕਰਨ ਦਾ ਇੱਕ ਸੁਨੇਹਾ ਸਮਾਜ ਨੂੰ ਦਿੱਤਾ ਤਾਂ ਉਹਦੇ ਵਿੱਚ ਕਿਸੇ ਨੂੰ ਆਪੱਤੀ ਕਾਹਦੀ ਹੈ। ਔਰ ਕਨਈਆ ਮਿੱਤਲ ਨੇ ਵੀ ਧਰਮ ਦੇ ਮੰਚ ਤੋਂ ਆਪਦੇ ਸਨਾਤਨੀਆਂ ਨੂੰ ਇੱਕ ਸੁਨੇਹਾ ਲਾਇਆ। ਅੱਜ ਕੋਈ ਵੀ ਕੀਰਤਨੀ ਜਥਾ ਜਦੋਂ ਕੋਈ ਕੀਰਤਨ ਕਰ ਰਿਹਾ ਹੁੰਦਾ ਤਾਂ ਉੱਥੇ ਉਹ ਸਿੱਖ ਧਰਮ ਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੰਦੇ ਆ ਕਿ ਨਸ਼ੇ ਵੱਲ ਨਾ ਜਾਓ, ਸਿੱਖ ਧਰਮ ਦੇ ਵਿੱਚ ਜਿਹੜਾ ਤੁਸੀਂ ਸਿੰਘ ਸਜੋ, ਕੇਸਧਾਰੀ ਹੋਵੋ, ਅੰਮ੍ਰਿਤਧਾਰੀ ਹੋਵੋ, ਅੰਮ੍ਰਿਤ ਛਕੋ। ਤੇ ਉਹ ਜੇ ਸੁਨੇਹਾ ਸਿੱਖ ਧਰਮ ਦਾ ਕੋਈ ਪ੍ਰਚਾਰਕ ਦਿੰਦਾ ਤਾਂ ਕਿਸੇ ਦੂਜੇ ਧਰਮ ਨੂੰ ਕਾਹਦੀ ਉਹਦੇ ਵਿੱਚ ਆਪੱਤੀ ਆ, ਉਹਦੇ 'ਚ ਕੋਈ ਉਹਨਾਂ ਨੂੰ ਅਫਸੋਸ ਹੋਣਾ ਚਾਹੀਦਾ। ਹਾਲਾਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਕਿਸੇ ਧਰਮ ਦੇ ਮੰਚ ਤੇ ਪੋਲੀਟੀਕਲ ਜਿਹੜੀ ਆ ਉਹ ਉੱਥੇ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ। ਲੇਕਿਨ ਗੱਲ ਜਿਹੜੀ ਹੈ ਕਨਈਆ ਮਿੱਤਲ ਜੀ ਦੇ 8 ਲੱਖ ਰੁਪਏ ਲੈਣ ਦੀ ਨਾ ਬੁੱਕ ਕਰਵਾਓ, ਸੁਨੇਹਾ ਤਾਂ ਨਹੀਂ ਦਿੱਤਾ ਜਾਓ। ਕਨਈਆ ਮਿੱਤਲ ਆਪ ਤਾਂ ਨਹੀਂ ਫੋਨ ਕਰਕੇ ਇਹੋ ਜਿਹਾ ਨੂੰ ਕਹਿ ਰਿਹਾ ਕਿ ਮੈਨੂੰ ਬੁਲਾਓ। ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਕਨਈਆ ਮਿੱਤਲ ਦਾ ਇੱਕ ਬਿਆਨ ਆਇਆ ਸੀ ਮਹਾਮਾਈ ਦੇ ਜਾਗਰਣ ਨੂੰ ਲੈ ਕੇ, ਜਿਸ ਵਿੱਚ ਸਿੱਧੇ ਤੌਰ ਤੇ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਕਲਾਕਾਰ ਨੇ ਉਹਨਾਂ ਬਾਰੇ ਗੱਲ ਆਖੀ ਗਈ ਸੀ। ਜਿੱਥੇ ਕਲਾਕਾਰ ਭਾਈਚਾਰਾ ਉਹਨਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ, ਉਸ ਦੇ ਨਾਲ ਹਿੰਦੂ ਭਾਈਚਾਰੇ ਦੇ ਕੁਝ ਲੀਡਰ ਜਿਹੜੇ ਨੇ ਉਹਨਾਂ ਵੱਲੋਂ ਵੀ ਸਿੱਧੇ ਤੌਰ ਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਕਨਈਆ ਮਿੱਤਲ ਸਿਰਫ ਔਰ ਸਿਰਫ ਧਰਮ ਨੂੰ ਸਿਆਸਤੀ ਰੰਗ ਦੇ ਵਿੱਚ ਰੰਗਣਾ ਚਾਹੁੰਦਾ। ਸੋ ਸਾਡੇ ਨਾਲ ਸ਼ਿਵ ਸੈਨਾ ਉਧਰ ਬਾਲਾ ਸਾਹਿਬ ਠਾਕਰੇ ਤੋਂ ਚੰਦਰਕਾਂਤ ਚੱਡਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਬਾਬਤ। ਚੱਡਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਲੁਧਿਆਣਾ ਟਾਈਮਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ, ਜੈ ਹਿੰਦ। ਚੰਦਰਕਾਂਤ ਜੀ, ਜਿਹੜਾ ਕਨਈਆ ਮਿੱਤਲ ਦਾ ਬਿਆਨ ਆਇਆ ਸੀ ਕਿ ਜਿਹੜੇ ਜਾਗਰਣ ਹੁੰਦੇ ਨੇ ਉਹਨਾਂ ਜਾਗਰਣ ਦੇ ਵਿੱਚ ਹਿੰਦੂ ਜਿਹੜੇ ਮਹਾਮਾਈ ਦਾ ਗੁਣਗਾਨ ਕਰਨ ਵਾਲੇ ਸਿੰਗਰ ਨੇ ਸਿਰਫ ਉਹੀ ਆਉਣ, ਜਿਹੜੇ ਮੁਸਲਿਮ ਗਾਇਕ ਨੇ ਉਹ ਨਾ ਆਉਣ। ਤੁਸੀਂ ਕਿੰਨਾ ਕੁ ਸਹਿਮਤ ਹੋ? ਜੀ ਮੈਂ ਪੂਰਾ ਸਹਿਮਤ ਹਾਂ ਜੀ ਇਸ ਗੱਲ ਨੂੰ, ਕਿਉਂਕਿ ਕਿਸੇ ਵੀ ਧਰਮ ਦੇ ਕਿਸੇ ਵੀ ਆਗੂ ਨੂੰ, ਕਿਸੇ ਵੀ ਪ੍ਰਚਾਰਕ ਨੂੰ, ਕਿਸੇ ਵੀ ਗਾਇਕ ਨੂੰ ਆਪ ਦੇ ਧਰਮ ਦੀ ਕਿਸੇ ਪੂਜਾ ਪद्धਤੀ ਦੀ ਗੱਲ ਕਰਨ ਦਾ ਪੂਰਾ ਅਧਿਕਾਰ ਹੈ। ਅੱਜ ਤੁਸੀਂ ਇੱਕ ਸਿੱਖ ਭਰਾ ਹੋ ਮੇਰੇ, ਤੁਸੀਂ ਆਪਣੇ ਘਰ 'ਚ ਜੇ ਕੀਰਤਨ ਦਰਬਾਰ ਕਰਾਉਂਦੇ ਹੋ, ਗੁਰੂ ਸਾਹਿਬ ਦਾ ਕੋਈ ਕਾਰਜ ਕਰਾਉਂਦੇ ਆ, ਕੋਈ ਪਾਠ ਕਰਾਉਂਦੇ ਹੋ ਤਾਂ ਉਹਦੇ ਵਾਸਤੇ ਇੱਕ ਨਿਯਮ ਹੈ। ਉਹਦੇ ਵਿੱਚ ਕੇਵਲ ਅੰਮ੍ਰਿਤਧਾਰੀ ਜਿਹੜੇ ਰਾਗੀ ਜਥੇ ਨੇ ਉਹੀ ਭਾਗ ਲੈ ਸਕਦੇ ਆ, ਜਿਹੜੇ ਪਾਠੀ ਸਾਹਿਬ ਨੇ ਉਹੀ ਅਰਦਾਸ ਕਰ ਸਕਦੇ ਆ ਜਿਹਨਾਂ ਨੂੰ ਅਸੀਂ ਭਾਈ ਜੀ ਕਹਿੰਦੇ ਆ। ਤੇ ਜੇ ਅੱਜ ਕਿਸੇ ਸਨਾਤਨੀ ਨੇ ਇੱਕ ਸਨਾਤਨ ਧਰਮ ਦੇ ਮੰਚ ਤੋਂ ਸਨਾਤਨ ਧਰਮ ਦੀ ਪੂਜਾ ਅਰਚਨਾ ਦੇ ਇੱਕ ਵਿਧੀਵਤ ਰੂਪ ਨਾਲ ਕਰਨ ਦਾ ਇੱਕ ਸੁਨੇਹਾ ਸਮਾਜ ਨੂੰ ਦਿੱਤਾ ਤਾਂ ਉਹਦੇ ਵਿੱਚ ਕਿਸੇ ਨੂੰ ਆਪੱਤੀ ਕਾਹਦੀ ਹੈ। ਇਹ 'ਚ ਕਾਹਦਾ ਅਪਰਾਧ ਉਹਨੇ ਕਰਤਾ, ਕਿਹੜਾ ਗੁਨਾਹ ਕਰਤਾ ਉਹਨੇ ਆਪਣੇ ਸਮਾਜ ਨੂੰ ਜੇ ਇੱਕ ਅਪੀਲ ਕੀਤੀ। ਔਰ ਬਾਕੀ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਅੱਜ ਦੀ ਡੇਟ 'ਚ ਸਾਡੀ ਇਹ ਬੜੀ ਵਿਡੰਬਣਾ ਹੈ ਕਿ ਅਸੀਂ ਦੇਖੋ ਫਿਲਮਾਂ ਦੇ ਵਿੱਚ ਜਦੋਂ ਕੋਈ ਦੇਵੀ ਦੇਵਤੇ ਦਾ ਸਵਰੂਪ ਆ ਜਾਂਦਾ ਤਾਂ ਕਿੱਦਾਂ ਅਸੀਂ ਆਕਰੋਸ਼ ਦੇ ਵਿੱਚ ਆ ਜਾਂਦੇ ਹਾਂ, ਕ੍ਰੋਧ 'ਚ ਆ ਜਾਂਦੇ ਹਾਂ ਤੇ ਅਸੀਂ ਉਸ ਗੱਲ ਦਾ ਵਿਰੋਧ ਕਰਦੇ ਹਾਂ। ਲੇਕਿਨ ਕਿਤੇ ਨਾ ਕਿਤੇ ਅਸੀਂ ਕਿਆ ਖੁਦ ਕਸੂਰਵਾਰ ਨਹੀਂ ਹਾਂ। ਇਹਦੇ ਵਿੱਚ ਜਿੰਨੀਆਂ ਵੀ ਜਾਗਰਣ ਮਹੋਤਸਵ ਕਮੇਟੀਆਂ, ਯਾਤਰਾ ਮਹੋਤਸਵ ਕਮੇਟੀਆਂ ਜਾਂ ਹੋਰ ਸਨਾਤਨ ਧਰਮ ਦੇ ਕੋਈ ਮੰਡਲ ਬਣੇ ਆ ਜਿਹੜੇ ਕਿ ਧਰਮ ਦੇ ਆਯੋਜਨ ਕਰਾਉਂਦੇ ਆ, ਕਿਆ ਉਹ ਆਯੋਜਕ ਇਸ ਗੱਲ ਦੇ ਲਈ ਜ਼ਿੰਮੇਦਾਰ ਨਹੀਂ ਹੈ ਜਾਂ ਉਹ ਗੁਨੇਗਾਰ ਨਹੀਂ ਹੈ?
ਤੇ ਬਿਲਕੁਲ ਕਨ੍ਹਈਆ ਮਿੱਤਲ ਨੇ, ਮੈਂ ਹਾਲਾਂਕਿ ਇਹਦਾ ਕੋਈ ਪਰਸਨਲ ਕਨ੍ਹਈਆ ਮਿੱਤਲ ਨੂੰ ਅੱਜ ਤੱਕ ਨਹੀਂ ਮਿਲਿਆ ਜ਼ਿੰਦਗੀ 'ਚ, ਮੈਂ ਕਦੀ ਲਾਈਵ ਨਹੀਂ ਸੁਣਿਆ, ਨਾ ਹੀ ਮੇਰੀ ਕੋਈ ਦੋਸਤੀ ਨਾ ਹੀ ਕੋਈ ਰਿਸ਼ਤੇਦਾਰੀ ਹੈ, ਲੇਕਿਨ ਇਸ ਗੱਲ ਦੇ ਨਾਲ ਮੈਂ ਬਿਲਕੁਲ ਉਹਨਾਂ ਦਾ ਸਮਰਥਨ ਵੀ ਕੀਤਾ ਔਰ ਅਸੀਂ ਸ਼ਿਵ ਸੈਨਾ ਵੱਲੋਂ ਵੀ ਪੂਰਾ ਇਸ ਗੱਲ ਨੂੰ ਲੈ ਕੇ ਹੁਣ ਅੱਗੋਂ ਅਸੀਂ ਇਹ ਪ੍ਰਯਾਸ ਕਰਾਂਗੇ ਕਿ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਅਸੀਂ ਪ੍ਰਬੰਧਨ ਕਮੇਟੀਆਂ ਨੂੰ ਮਿਲੀਏ ਤੇ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਜਿਹੜਾ ਵੀ ਸਨਾਤਨ ਧਰਮ ਦਾ ਜਿਹੜਾ ਕਾਰਜ ਹੈ, ਸਭ ਤੋਂ ਵੱਡੀ ਗੱਲ ਉਹਦੀ ਹੋਣੀ ਚਾਹੀਦੀ ਮਰਿਆਦਾ, ਤੇ ਮਰਿਆਦਾ ਨਹੀਂ ਅਸੀਂ ਬਿਲਕੁਲ ਭੰਗ ਹੋਣ ਦਿਆਂਗੇ। ਗੱਲ ਹੋਈ ਪੂਜਾ ਦੀ ਕਿ ਪੂਜਾ ਜਿਹੜੀ ਹੈ ਸਿਰਫ ਔਰ ਸਿਰਫ ਸਨਾਤਨ ਧਰਮ ਨਾਲ ਜਿਹੜਾ ਜੁੜਿਆ ਹੋਇਆ ਸ਼ਖਸ ਉਹੀ ਕਰ ਸਕਦਾ ਹੈ, ਪਰ ਗੁਣਗਾਨ ਦੀ ਜੇ ਗੱਲ ਕੀਤੀ ਜਾਵੇ, ਜਿੱਦਾਂ ਹੁਣ ਮਾਸਟਰ ਸਲੀਮ ਜਾਗਰਣ ਦੇ ਵਿੱਚ ਗਾਉਂਦੇ ਸੀ, ਜਾਂ ਫਿਰੋਜ਼ ਖਾਨ ਜਾਂ ਜੀ ਖਾਨ ਗਾਉਂਦੇ ਸੀ, ਕੀ ਗੁਣਗਾਨ ਵੀ ਨਹੀਂ ਕੋਈ ਗੈਰ ਧਰਮ ਦਾ ਸ਼ਖਸ ਕਰ ਸਕਦਾ? ਦੇਖੋ, ਮਾਸਟਰ ਸਲੀਮ ਗਾਇਕੀ ਦੀ ਦੁਨੀਆ ਦਾ ਇੱਕ ਬਤਾਜ ਬਾਦਸ਼ਾਹ ਹੋ ਸਕਦਾ, ਮੈਂ ਵੀ ਉਹਦਾ ਫੈਨ ਹੋਵਾਂ ਗਾਇਕੀ ਦਾ। ਫਿਰੋਜ਼ ਖਾਨ, ਜੀ ਖਾਨ, ਜਿੰਨੇ ਵੀ ਕਲਾਕਾਰ ਨੇ, ਚਲੋ ਬਹੁਤ ਵੱਖ-ਵੱਖ ਧਰਮਾਂ ਦੇ ਆਗੂ ਨੇ, ਉਹ ਗੁਣਗਾਨ ਕਰ ਸਕਦੇ ਆ, ਉਹ ਆਪਦੀ ਕੋਈ ਟੇਪਾਂ ਕੱਢਦੇ ਆ, ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ। ਭੋਲੇ ਦੀ ਬਰਾਤ ਚੱਲੀ ਗੱਜ ਵੱਜ ਕੇ, ਇਹ ਮੈਨੂੰ ਨਹੀਂ ਲੱਗਦਾ ਕਿ ਭਜਨ ਕਿਸੇ ਵੀ ਮੰਚ ਤੇ ਨਹੀਂ ਗੂੰਜਦਾ, ਕਿਸੇ ਵੀ ਸ਼ਿਵਰਾਤਰੀ ਦੇ ਦਿਨਾਂ ਦੇ ਵਿੱਚ ਲੰਗਰ ਕਮੇਟੀ ਵੱਲੋਂ ਨਹੀਂ ਗੂੰਜਿਆ ਜਾਂਦਾ। ਇੱਕ ਟੇਪ ਰਿਕਾਰਡ ਕਰਕੇ ਤੁਸੀਂ ਆਪ ਦਾ ਜਿਹੜਾ ਪ੍ਰੋਫੈਸ਼ਨ ਉਹ ਕਰੋ, ਕੌਣ ਰੋਕਦਾ? ਤੁਸੀਂ ਗੁਣਗਾਨ ਕਰਦੇ ਹੋ, ਅੱਛੀ ਗੱਲ ਹੈ, ਲੇਕਿਨ ਗੱਲ ਇਹ ਇਹਦੀ ਪੂਜਾ ਪद्धਤੀ ਦੀ, ਜੇ ਕਿਸੇ ਨੇ ਆਪਦੇ ਘਰ 'ਚ ਜਾਂ ਕਿਸੇ ਨੇ ਆਪਦਾ ਕੋਈ ਸੁਖਨਾ ਸੁੱਖੀ ਹੁੰਦੀ ਹੈ, ਮੰਨਤ ਮੰਗੀ ਹੁੰਦੀ ਹੈ ਪ੍ਰਮਾਤਮਾ ਦੇ ਚਰਨਾਂ 'ਚ, ਮਹਾਮਾਈ ਦੇ ਚਰਨਾਂ 'ਚ, ਕਿ ਮੈਂ ਭਗਵਤੀ ਦਾ ਜਾਗਰਣ ਕਰਾਣਾ, ਭਗਵਤੀ ਜਾਗਰਣ ਦੇ ਵਿੱਚ ਜਿਹੜੀ ਵੀ ਗੁਣਗਾਨ ਕਰਨ ਵਾਲੀ ਪਾਰਟੀ ਨੇ ਉਹ ਜਾਗਰਣ ਨੂੰ, ਉਸ ਅਨੁਸ਼ਠਾਨ ਨੂੰ ਜਿਹੜਾ ਗਾਉਣਾ ਹੁੰਦਾ, ਉਹਨੂੰ ਡਲ ਦਿੱਤਾ ਜਾਂਦਾ, ਜੋ ਸਨਾਤਨ ਧਰਮ ਦੀ ਇੱਕ ਵਿਧੀ ਹੈ। ਉਹ ਡਲ ਦੇਣ ਤੋਂ ਬਾਅਦ ਜਿਸ ਘਰ 'ਚੋਂ ਡਲ ਗਿਆ ਹੁੰਦਾ, ਉਹਦਾ ਮਤਲਬ ਇਹ ਹੋ ਜਾਂਦਾ, ਚਾਹੇ ਕੋਈ ਵੀ ਤਰਾਸਦੀ ਹੋ ਜੇ, ਕੋਈ ਮਰਗ ਹੋ ਜੇ, ਚਾਹੇ ਕਿਸੇ ਦੀ, ਉਹ ਜਿਹੜਾ ਆਯੋਜਨ ਆ ਉਹ ਕੈਂਸਲ ਨਹੀਂ ਹੁੰਦਾ। ਔਰ ਉਸ ਡਲ ਦੀ ਇੱਕ ਮਰਿਆਦਾ ਕਿ ਉਸ ਘਰ ਦੇ ਅੰਦਰ ਕੋਈ ਮਾਸ ਦਾ ਜਾਂ ਮदिरा ਦਾ ਜਾਂ ਕੋਈ ਇਸ ਤਰੀਕੇ ਦਾ ਸੇਵਨ ਨਹੀਂ ਹੋਏਗਾ। ਲੇਕਿਨ ਕਿਆ ਜਿਹੜੇ ਇਹ ਸਾਡੇ ਮੁਸਲਿਮ ਭਾਈਚਾਰੇ ਤੋਂ ਜਿਹੜੇ ਸੰਬੰਧਿਤ ਇਹ ਕਲਾਕਾਰ ਨੇ, ਕਿਆ ਇਸ ਗੱਲ ਤੇ ਪੂਰਾ ਉੱਠਦੇ ਆ? ਇਹ ਕਿਹੜੀ ਅਵਸਥਾ 'ਚ ਉੱਥੇ ਆ ਰਹੇ ਆ, ਕਿਹੜੀ ਅਵਸਥਾ 'ਚ ਉੱਥੋਂ ਜਾ ਰਹੇ ਆ? ਤੇ ਆਪਦੇ ਧਰਮ ਦੇ ਵਿੱਚ ਕੋਈ ਵੀ ਤੁਸੀਂ ਆਯੋਜਨ ਕਰੋ, ਉਹਦੇ 'ਚ ਗੁਣਗਾਨ ਕਰੋ। ਹਰ ਇੱਕ ਧਰਮ ਦੀ ਇੱਕ ਮਰਿਆਦਾ, ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਦੱਸਿਆ ਕਿ ਸਾਡਾ ਸਿੱਖ ਧਰਮ, ਸਾਡੇ ਸਿੱਖ ਭਾਈਚਾਰੇ ਦੇ ਵਿੱਚ ਕੋਈ ਆਯੋਜਨ ਹੁੰਦਾ ਹੈ, ਉਹਦੇ 'ਚ ਬੜੀ ਵੱਡੀ ਮਰਿਆਦਾ ਉਹ ਸਾਹਮਣੇ ਹੁੰਦੀ ਹੈ। ਜਾਂ ਕਦੀ ਕਿਸੇ ਗੁਰੂ ਘਰ ਦੇ ਵਿੱਚ ਆਪਾਂ ਦੇਖਿਆ ਵੀ ਕੋਈ ਹੋਰ ਅੰਮ੍ਰਿਤਧਾਰੀ ਸਿੱਖ ਤੋਂ ਇਲਾਵਾ ਕੋਈ ਵੀ ਗੁਣਗਾਨ ਕਰ ਜੇ ਜਾਂ ਕੋਈ ਉੱਥੇ ਕੀਰਤਨ ਕਰ ਜੇ, ਨਹੀਂ ਨਾ। ਇਹ ਹਰ ਚੀਜ਼ ਦੀ ਇੱਕ ਮਰਿਆਦਾ, ਗੱਲ ਇੱਥੇ ਮਰਿਆਦਾ ਦੀ ਹੋਈ ਹੈ। ਲੇਕਿਨ ਬੜੀ ਇਹ ਸਾਡੀ ਤਰਾਸਦੀ ਹੈ, ਬੜੀ ਵਿਡੰਬਣਾ ਇੱਕ ਹੋਰ ਹੈ ਕਿ ਸਾਡਾ ਜਿਹੜਾ ਸਮਾਜ ਹੈ, ਖਾਸ ਕਰਕੇ ਉਹ ਲੋਕ ਜਿਨ੍ਹਾਂ ਦੀ ਇਹਦੇ ਵਿੱਚ ਗੱਲ ਕੀਤੀ ਗਈ ਆ, ਉਹ ਗੱਲ ਨੂੰ ਕਿਸੇ ਹੋਰ ਪਾਸੇ ਡਿਵਰਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਮੈਂ ਦੇਖੋ ਇੱਕ ਬੜੀ ਮੰਦਭਾਗੀ ਗੱਲ ਹੋਰ ਹੋਈ ਕਿ ਮੈਂ ਦੇਖਿਆ ਇੱਕ ਵੀਡੀਓ ਆਈ ਸਾਹਮਣੇ, ਜਿਹਦੇ ਵਿੱਚ ਨਕੋਦਰ ਦੇ ਵਿੱਚ ਬਾਬਾ ਮਹਾਰਾਜ ਸ਼ਾਹ ਜੀ ਦਾ ਕੋਈ ਮੇਲਾ ਹੋਇਆ, ਉਰਸ ਮਨਾਇਆ ਗਿਆ। ਮੈਂ ਵੀ, ਸਾਨੂੰ ਜੋ ਬਚਪਨ ਤੋਂ ਸਿਖਾਇਆ ਗਿਆ ਕਿ ਹਰ ਇੱਕ ਧਰਮ ਸਥਾਨ ਦੇ ਉੱਤੇ ਨਤਮਸਤਕ ਹੋਣਾ, ਅਸੀਂ ਕਿਸੇ ਬਾਰੇ ਮਾੜਾ ਚੰਗਾ ਅਲਫਾਜ਼ ਕਦੀ ਨਹੀਂ ਵਰਤੇ, ਕੋਈ ਸ਼ਬਦਾਵਲੀ ਇਸ ਤਰੀਕੇ ਦੀ ਨਹੀਂ ਵਰਤੀ। ਪਰ ਉੱਥੇ ਇੱਕ ਗੱਲ ਕੀਤੀ ਗਈ ਮਾਸਟਰ ਸਲੀਮ ਹੋਰਾਂ ਵੱਲੋਂ ਕਿ ਮੈਂ ਚਿੰਤਪੁਰਨੀ ਮਾਂ ਦੇ ਦਰਬਾਰ ਗਿਆ, ਉੱਥੇ ਪੰਡਤ ਜੀ ਨੇ ਕਿਹਾ ਕਿ ਤੂੰ ਮਾਂ ਦਾ ਆਸ਼ੀਰਵਾਦ ਲੈ ਲਿਆ, ਵੀ ਇਹ ਦੱਸ ਮੇਰੇ ਪਿਓ ਦਾ ਕੀ ਹਾਲ ਹੈ, ਬਾਬੇ ਮਹਾਰਾਜ ਸ਼ਾਹ ਦਾ ਕੀ ਹਾਲ ਹੈ, ਬਾਬੇ ਗੁਲਾਮ ਸ਼ਾਹ ਦਾ ਕੀ ਹਾਲ ਹੈ। ਵੀ ਅਸੀਂ ਅੱਜ ਮਹਾਮਾਈ ਦੇ ਦਰਬਾਰ 'ਚ ਜਿਹੜੇ ਆਦਰਨੀय ਪੰਡਤ ਜੀ ਨੇ, ਜੋ ਉੱਥੇ ਜਥੇਬੰਦੀ ਹੈ ਪੰਡਤਾਂ ਦੀ, ਬ੍ਰਾਹਮਣਾਂ ਦੀ, ਉਹਨਾਂ ਨੂੰ ਮੈਂ ਫੋਨ ਕੀਤੀ, ਬਕਾਇਦਾ ਵੀਡੀਓ ਕਾਲ ਕੀਤੀ, ਉਹ ਵੀ ਮੈਂ ਮੀਡੀਆ ਨੂੰ ਜਾਰੀ ਕਰਨ ਵਾਲਾ, ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਇਸ ਤਰੀਕੇ ਦਾ ਕੋਈ ਵਾਕਿਆ ਹੋਇਆ ਉੱਥੇ? ਉਹ ਕਹਿੰਦੇ ਬਿਲਕੁਲ ਅਸੀਂ ਤਾਂ ਜਾਣਦੇ ਵੀ ਨਹੀਂ ਵੀ ਕਿਹੜੇ ਬਾਬਾ ਜੀ ਦੀ ਗੱਲ ਹੋਈ ਹੈ। ਤੇ ਦੇਖੋ, ਕਿਤੇ ਨਾ ਕਿਤੇ ਇਹ ਸਿੰਗਰਾਂ ਵੱਲੋਂ ਕੇਵਲ ਆਪਣੇ ਲਾਲਚ ਕਰਕੇ, ਆਪਣੀ ਵਾਹਵਾਹੀ ਲੈਣ ਲਈ, ਜਿੱਥੇ ਇਹ ਗਾ ਰਹੇ ਆ, ਸਿਰਫ ਉੱਥੇ ਦੇ ਲੋਕਾਂ ਨੂੰ ਆਪਣੇ ਮਾਹੌਲ 'ਚ ਬੰਨਣ ਲਈ ਦੂਸਰੇ ਕਿਸੇ ਧਰਮ ਨੂੰ ਟਾਰਗੇਟ ਕੀਤਾ ਜਾਂਦਾ, ਜੋ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਕਸੂਰਵਾਰ ਕਿਸ ਨੂੰ ਕਹਿੰਦੇ ਹੋ? ਜਿਵੇਂ ਕਨ੍ਹਈਆ ਮਿੱਤਲ ਨੇ ਕਿਹਾ ਕਿ ਜਿਹੜੀ ਪੂਜਾ ਦੀ ਮਰਿਆਦਾ ਹੈ, ਸਨਾਤਨ ਦੀ ਮਰਿਆਦਾ ਹੈ, ਉਹ ਭੰਗ ਨਹੀਂ ਹੋਣੀ ਚਾਹੀਦੀ। ਤੁਸੀਂ ਵੀ ਕਿਹਾ ਕਿ ਕਲਾਕਾਰ ਬੇਸ਼ੱਕ ਗੁਣਗਾਨ ਕਰਨ, ਪਰ ਪੂਜਾ ਜਿਹੜੀ ਹੈ ਉਹ ਇੱਕ ਸਨਾਤਨੀ ਤੋਂ ਹੀ ਕਰਵਾਉਣੀ ਚਾਹੀਦੀ ਹੈ। ਤੁਸੀਂ ਕਸੂਰਵਾਰ ਕਿਸ ਨੂੰ ਸਮਝਦੇ ਹੋ ਕਿ ਜਿਹੜੀ ਕਮੇਟੀ ਜਾਗਰਣ ਕਰਵਾ ਰਹੀ ਹੈ, ਜੇਕਰ ਇਹ ਅਜਿਹੀ ਮਰਿਆਦਾ ਭੰਗ ਹੁੰਦੀ ਹੈ, ਉਹ ਕਸੂਰਵਾਰ ਹੈ, ਜਾਂ ਜਿਹੜੇ ਪਰਿਵਾਰ ਦੇ ਵਿੱਚ ਜਾਗਰਣ ਹੋ ਰਿਹਾ ਉਹ ਕਸੂਰਵਾਰ ਨੇ, ਜਾਂ ਜਿਹੜੇ ਕਲਾਕਾਰ ਨੇ ਗੁਣਗਾਨ ਕਰਦੇ ਨੇ ਉਹ ਕਸੂਰਵਾਰ ਨੇ? ਤੁਸੀਂ ਕਿਸ ਨੂੰ ਕਸੂਰਵਾਰ ਕਹਿੰਦੇ ਹੋ? ਦੇਖੋ, ਪਿਛਲੇ ਵਰਸ਼ ਲੁਧਿਆਣੇ ਦੀ ਧਰਤੀ ਤੇ ਕੀ ਹੋਇਆ, ਕਿਸੇ ਤੋਂ ਲੁਕਿਆ ਨਹੀਂ ਜੀ। ਭਗਵਾਨ ਗਣਪਤੀ ਦਾ ਆਯੋਜਨ, ਉਹਦੇ ਵਿੱਚ ਇਹੀ ਕਲਾਕਾਰ ਸਨ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ, ਔਰ ਉਹਨਾਂ ਨੇ ਉੱਥੇ ਕਿਹੜੇ ਗਾਣੇ ਗਾਏ। ਬਿਲਕੁਲ ਮੋਟੇ ਮੋਟੇ ਪੈਗ, ਚੋਲੀ ਕੇ ਪਿੱਛੇ ਕੈਦ, ਸਮਾਜ ਦਾ ਕਿੱਡਾ ਵੱਡਾ ਆਕਰੋਸ਼ ਸਾਹਮਣੇ ਆਇਆ, ਦੰਗੇ ਹੋਣ ਦੀ ਸਥਿਤੀ ਹੋ ਗਈ ਕਿਤੇ ਨਾ ਕਿਤੇ। ਉਸ ਵੇਲੇ ਇੱਕ ਜਦੋਂ ਮਰਿਆਦਾ ਭੰਗ ਹੋਈ ਤੇ ਲੋਕਾਂ ਵਿੱਚ ਆਕਰੋਸ਼ ਵਧਿਆ। ਇੱਕ ਕਸੂਰਵਾਰ ਕਿਤੇ ਨਾ ਕਿਤੇ ਸਾਡਾ ਐਟਮੋਸਫੇਅਰ, ਸਾਡੇ ਕੁਝ ਜਿਹੜੇ ਪ੍ਰਬੰਧਨ ਕਮੇਟੀਆਂ, ਉਹਨਾਂ ਦਾ ਵੀ ਵੱਡਾ ਕਸੂਰ ਆ, ਔਰ ਅਸੀਂ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਪ੍ਰਯਾਸ ਕਰ ਰਹੇ ਹਾਂ, ਔਰ ਅਸੀਂ ਫੈਸਲੇ ਲੈ ਰਹੇ ਹਾਂ। ਔਰ ਕਨ੍ਹਈਆ ਮਿੱਤਲ ਨੇ ਵੀ ਧਰਮ ਦੇ ਮੰਚ ਤੋਂ ਆਪਦੇ ਸਨਾਤਨੀਆਂ ਨੂੰ ਇੱਕ ਸੁਨੇਹਾ ਲਾਇਆ, ਸੰਵਾਦ ਹੋਇਆ। ਤੁਸੀਂ ਦੇਖੋ, ਕੋਈ ਬਾਰ-ਬਾਰ ਤੁਸੀਂ ਕਹਿਣਾ ਵੀ ਮੈਂ ਕੀਰਤਨ ਦੀ ਗੱਲ ਕਰ ਰਿਹਾ, ਲੇਕਿਨ ਜਿੱਥੇ ਇੱਕ ਚੰਗੀ ਗੱਲ ਹੁੰਦੀ ਸਾਹਮਣੇ,
ਉਹਦੀ ਸਾਨੂੰ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਅੱਜ ਕੋਈ ਵੀ ਕੀਰਤਨੀ ਜਥਾ ਜਦੋਂ ਕੋਈ ਕੀਰਤਨ ਕਰ ਰਿਹਾ ਹੁੰਦਾ ਤਾਂ ਉੱਥੇ ਹੀ ਉਹ ਸਿੱਖ ਧਰਮ ਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੰਦੇ ਆ ਕਿ ਨਸ਼ੇ ਵੱਲ ਨਾ ਜਾਓ। ਸਿੱਖ ਧਰਮ ਦੇ ਵਿੱਚ ਜਿਹੜਾ ਤੁਸੀਂ ਸਿੰਘ ਸਜੋ, ਕੇਸਧਾਰੀ ਹੋਵੋ, ਅੰਮ੍ਰਿਤਧਾਰੀ ਹੋਵੋ, ਅੰਮ੍ਰਿਤ ਛਕੋ। ਤੇ ਉਹ ਜੇ ਸੁਨੇਹਾ ਸਿੱਖ ਧਰਮ ਦਾ ਕੋਈ ਪ੍ਰਚਾਰਕ ਦਿੰਦਾ ਤਾਂ ਕਿਸੇ ਦੂਜੇ ਧਰਮ ਨੂੰ ਕਾਹਦੀ ਉਹਦੇ ਵਿੱਚ ਆਪੱਤੀ ਜਾਂ ਉਹਦੇ ਵਿੱਚ ਕੋਈ ਉਹਨਾਂ ਨੂੰ ਅਫਸੋਸ ਹੋਣਾ ਚਾਹੀਦਾ। ਆਪਣੇ ਧਰਮ ਦੇ ਜੇ ਆਪਾਂ ਪੱਕੇ ਆ ਤੇ ਹਰ ਇੱਕ ਬੰਦੇ ਨੂੰ ਰਾਈਟ ਹੈ ਕਿ ਉਹ ਆਪਣੇ ਸਮਾਜ ਨੂੰ, ਆਪਣੇ ਧਰਮ ਦੇ ਲੋਕਾਂ ਨੂੰ ਕੋਈ ਸੁਨੇਹਾ ਦੇ ਸਕਦਾ। ਅੱਜ ਕਿਤੇ ਨਾ ਕਿਤੇ ਕਨ੍ਹਈਆ ਮਿੱਤਲ ਨੂੰ ਰਾਜਨੀਤਿਕ ਸ਼ਿਕਾਰ ਬਣਾ ਕੇ ਉਹਦੇ ਕਹੇ ਹੋਏ ਮੈਸੇਜ ਨੂੰ ਕਿਸੇ ਹੋਰ ਪਾਸੇ ਲਿਜਾ ਕੇ ਹਿੰਦੂ ਮੁਸਲਿਮ ਕਿੱਤਨ ਦਾ ਇੱਕ ਵਿਵਾਦ ਕੀਤਾ ਜਾ ਰਿਹਾ, ਜਿਹਦੀ ਵੀ ਅਸੀਂ ਨਿੰਦਾ ਕਰਦੇ ਹਾਂ। ਪਰ ਕਨ੍ਹਈਆ ਮਿੱਤਲ ਤੇ ਵੀ ਇਲਜ਼ਾਮ ਲੱਗਦੇ ਨੇ ਕਿ ਸਲੀਮ ਜੇ 1.5 ਲੱਖ ਰੁਪਇਆ ਇੱਕ ਜਾਗਰਣ ਦਾ ਚਾਰਜ ਕਰਦਾ ਤਾਂ ਕਨ੍ਹਈਆ ਮਿੱਤਲ 8 ਲੱਖ ਰੁਪਇਆ 5 ਗੁਣਾ ਜ਼ਿਆਦਾ ਕਰਦਾ। ਔਰ ਧਾਰਮਿਕ ਪ੍ਰੋਗਰਾਮਾਂ ਤੇ ਮਹਾਮਾਈ ਦੇ ਜਾਗਰਣ ਦੇ ਉੱਪਰ ਬੀਜੇਪੀ ਦਾ ਪ੍ਰਚਾਰ ਕੀਤਾ ਜਾ ਰਿਹਾ, ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਕਿ ਵਾਕਈ ਉਹ ਬੀਜੇਪੀ ਦਾ ਪ੍ਰਚਾਰ ਕਰ ਰਿਹਾ? ਦੱਸਦਾ, ਦੇਖੋ, ਹਾਲਾਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਕਿਸੇ ਧਰਮ ਦੇ ਮੰਚ ਤੇ ਪੋਲੀਟੀਕਲ ਜਿਹੜੀ ਆ ਉਹ ਉੱਥੇ ਸ਼ਬਦਾਵਲੀ ਨਹੀਂ ਹੋਣੀ ਚਾਹੀਦੀ। ਲੇਕਿਨ ਗੱਲ ਜਿਹੜੀ ਹੈ ਕਨ੍ਹਈਆ ਮਿੱਤਲ ਜੀ ਦੇ 8 ਲੱਖ ਰੁਪਏ ਲੈਣ ਦੀ, ਨਾ ਬੁੱਕ ਕਰਵਾਓ। ਕਿਸੇ ਨੇ ਕੋਈ ਤੁਹਾਨੂੰ ਸੁਨੇਹਾ ਤਾਂ ਨਹੀਂ ਦਿੱਤਾ ਜਾਂ ਕਨ੍ਹਈਆ ਮਿੱਤਲ ਆਪ ਤਾਂ ਨਹੀਂ ਫੋਨ ਕਰਕੇ ਉਸ ਜਗ੍ਹਾ ਨੂੰ ਕਹਿ ਰਿਹਾ ਕਿ ਮੈਨੂੰ ਬੁਲਾਓ। ਬਹੁਤ ਵੱਡੇ ਕਲਾਕਾਰ ਨੇ, ਨਰਿੰਦਰ ਚੰਚਲ ਜੀ ਸਾਡੇ ਜਿਹੜੇ ਹੁਣ ਸਵਰਗਵਾਸੀ ਨੇ, ਉਹ ਵੀ ਲੱਖਾਂ ਰੁਪਏ ਲੈਂਦੇ ਸੀ ਤੇ ਜਿਨ੍ਹਾਂ ਨੂੰ ਸਰਦਾ ਸੀ, ਜਿਹੜੇ ਲੋਕਾਂ ਨੂੰ ਮਾਲਕ ਨੇ ਦਿੱਤਾ ਕੁਛ, ਉਹ ਬੁਲਾਉਂਦੇ ਸੀ। ਐਸੇ ਹੋਰ ਵੀ ਕਥਾਵਾਚਕ ਸਿੱਖ ਸਮਾਜ 'ਚ ਵੀ ਹੋਣਗੇ ਜਾਂ ਮੈਂ ਸਮਝਦਾ ਮੁਸਲਿਮ ਸਮਾਜ 'ਚ ਵੀ ਨੇ ਜਿਹੜੇ ਲੱਖਾਂ ਰੁਪਏ ਲੈਂਦੇ ਆ। ਖੁਦ ਮਾਸਟਰ ਸਲੀਮ ਦੀ ਵੀ ਰਿਕਾਰਡਿੰਗ ਸਾਹਮਣੇ ਆਈ ਹੈ ਜਿਹਦੇ 'ਚ ਉਹਦਾ ਮੈਨੇਜਰ ਜਿਹੜਾ 3.5 ਲੱਖ ਰੁਪਏ ਮੰਗ ਰਿਹਾ। ਤੇ 3.5, 4, 5 ਲੱਖ, 8 ਲੱਖ ਦੀ ਗੱਲ ਨਹੀਂ ਹੈ, ਇਹਨੂੰ ਘੁਮਾ ਦਿੱਤਾ ਗਿਆ ਗੱਲ ਨੂੰ। ਕਿਤੇ ਨਾ ਕਿਤੇ ਉਸ ਮਸਲੇ ਦਾ ਜਿਹੜਾ ਸਹੀ ਮੈਸੇਜ ਸੀ ਉਹਨੂੰ ਗੁੰਮਰਾਹ ਕਰਨ ਦੇ ਲਈ ਕਨ੍ਹਈਆ ਮਿੱਤਲ ਨੂੰ ਮੈਂ ਪਹਿਲਾਂ ਵੀ ਕਿਹਾ ਰਾਜਨੀਤਿਕ ਸ਼ਿਕਾਰ ਬਣਾਇਆ ਜਾ ਰਿਹਾ। ਉਹਦਾ ਮੈਸੇਜ ਸਿਰਫ ਤੇ ਸਿਰਫ ਆਪਦੇ ਸਨਾਤਨੀਆਂ ਨੂੰ ਸੀਗਾ ਕਿ ਮਰਿਆਦਾ ਉਹਦਾ ਪਾਲਣ ਹੋਣਾ ਚਾਹੀਦਾ, ਜਿਹੜਾ ਕਿ ਹਰ ਇੱਕ ਧਰਮ 'ਚ ਹੋਣਾ ਚਾਹੀਦਾ। ਕੇਵਲ ਮੈਂ ਆਪਣੇ ਇਹ ਨਹੀਂ ਕਿ ਮੈਂ ਸਨਾਤਨੀ ਹਾਂ ਤੇ ਮੈਂ ਸਨਾਤਨ ਦੀ ਗੱਲ ਕਰਾਂਗਾ, ਹੋਰ ਵੀ ਧਰਮਾਂ ਦੇ ਵਿੱਚ ਜੇ ਕੋਈ ਧਰਮ ਦਾ ਆਯੋਜਨ ਹੁੰਦਾ ਤੇ ਉਸ ਧਰਮ ਦੇ ਨਿਯਮ ਜਿਹੜਾ ਮਰਿਆਦਾ ਉਹ ਸਹੀ ਤਰੀਕੇ ਨਾਲ ਪਾਲਣ ਹੋਣਾ ਚਾਹੀਦਾ। ਬਹੁਤ ਸਾਰੇ ਐਸੇ ਕਲਾਕਾਰ ਨੇ, ਬਾਲੀਵੁੱਡ ਦੇ ਗਾਇਕ ਨੇ, ਰੀਚਾ ਸ਼ਰਮਾ ਭੈਣ ਸਾਡੀ ਜਿਹੜੀ ਮਹਾਮਾਈ ਦਾ ਗੁਣਗਾਨ ਕਰਦੀ ਹੈ, ਬਾਲੀਵੁੱਡ ਸਟਾਰ ਹੈ, ਉਹ 25 ਲੱਖ ਰੁਪਏ ਭੇਟ ਲੈਂਦੀ ਹੈ ਮਹਾਮਾਈ ਦਾ ਜਾਗਰਣ ਦੇ ਲਈ। ਗੱਲ ਕੀਤੀ ਜਾਵੇ ਮਰਹੂਮ ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਨੇ ਮਹਾਮਾਈ ਦਾ ਗੁਣਗਾਨ ਬਹੁਤ ਕੀਤਾ ਔਰ ਉਹ ਵੀ ਇੱਕ ਮੁਸਲਿਮ ਫੈਮਿਲੀ ਦੇ ਵਿੱਚੋਂ ਸਨ। ਮੈਂ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜਾ ਇਹ ਵਿਵਾਦ ਹੋ ਰਿਹਾ ਇਹਨੂੰ ਸੁਲਝਾਉਣਾ ਚਾਹੀਦਾ ਔਰ ਕਿਸ ਤਰ੍ਹਾਂ ਸੁਲਝ ਸਕਦਾ ਕਿ ਸੂਝਵਾਨਾਂ ਨੂੰ ਅੱਗੇ ਆ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ? ਜੀ ਬਿਲਕੁਲ, ਪਹਿਲੀ ਗੱਲ ਤਾਂ ਇਹ ਵਿਵਾਦ ਨਹੀਂ ਹੈ, ਇਹਨੂੰ ਵਿਵਾਦ ਬਣਾਉਣ ਦੀ ਸਾਜ਼ਿਸ਼ ਜਿਹੜੀ ਹੈ ਉਹ ਇਹਨਾਂ 100 ਕਰੋੜ ਜਿਹੜੇ ਆ ਜਿਨ੍ਹਾਂ ਦੀ ਗੱਲ ਹੋਈ ਹੈ, ਮਾਸਟਰ ਸਲੀਮ ਜੀ ਖਾਨ ਜਾਂ ਸਰਦਾਰ ਅਲੀ, ਜਿਹੜੇ ਲੋਕ ਨੇ ਇਹ ਬਣਾ ਰਹੇ ਆ। ਕਿਤੇ ਵੀ ਕਨ੍ਹਈਆ ਮਿੱਤਲ ਵੱਲੋਂ ਇਹਨਾਂ ਸਿੰਗਰਾਂ ਦੇ ਖਿਲਾਫ ਕੋਈ ਮਾੜੀ ਸ਼ਬਦਾਵਲੀ ਨਹੀਂ ਵਰਤੀ ਗਈ, ਜਦਕਿ ਉਹਦੇ ਉਲਟ ਇਹਨਾਂ ਵੱਲੋਂ ਆ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਮੀਡੀਆ ਦੇ ਵਿੱਚ ਜਿਹੜੀਆਂ ਸ਼ਬਦਾਵਲੀ ਵਰਤੀ ਗਈ ਹੈ, ਕੋਈ ਕਮਲਾ ਦੱਸ ਰਿਹਾ, ਕੋਈ ਬੇਵਕੂਫ ਦੱਸ ਰਿਹਾ। ਵੀ ਤੁਸੀਂ ਦੇਖੋ ਇਹਨਾਂ ਦੀ ਮਾਨਸਿਕਤਾ ਕਿਸ ਹੱਦ ਤੱਕ ਗਈ ਹੋਈ ਹੈ, ਕਿੰਨੀ ਗਈ ਗੁਜਰੀ ਹੈ ਕਿ ਜਿਨ੍ਹਾਂ ਨੂੰ ਬੋਲਣ ਦਾ ਨਹੀਂ ਪਤਾ ਪਬਲਿਕ 'ਚ ਬੋਲਣਾ ਕਿੱਦਾਂ। ਤੇ ਅੱਜ ਇਹ ਵਿਵਾਦ ਜਿਹੜਾ ਇਹ ਬਣਾ ਦਿੱਤਾ ਗਿਆ ਇੱਕ ਸੰਵਾਦ ਨੂੰ, ਮੈਂ ਫਿਰ ਕਹਿ ਰਿਹਾ ਇੱਕ ਸੰਵਾਦ ਨੂੰ, ਇੱਕ ਗੱਲਬਾਤ ਸਨਾਤਨੀ ਹੋਣ ਦੇ ਨਾਤੇ ਮੈਂ ਵੀ ਸ਼ਿਵ ਸੈਨਾ ਚਾਹਾਂ ਤੇ ਮੈਂ ਵੀ ਆਪਣੇ ਧਰਮ ਦੀ ਜਿੱਥੇ ਕਿਤੇ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਪਿੱਛੇ ਮੈਂ ਵੀ ਅਸੀਂ ਪੂਰੀ ਪਾਰਟੀ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਕਿ ਜਿਹੜਾ ਝਾਂਕੀਆਂ ਹੁੰਦੀਆਂ ਆਯੋਜਨਾ ਦੇ ਵਿੱਚ ਵੀ ਉਹ ਵੀ 9 ਸਾਲ ਤੋਂ ਘੱਟ ਬੱਚੇ ਤੋਂ ਕਰਵਾਈ ਜਾਵੇ ਜੇ ਝਾਂਕੀ ਕਿਸੇ ਨੇ ਕਰਨੀ ਹੈ ਜਾਂ ਜਿਹੜਾ ਸਰੂਪ ਧਾਰਨ ਕਰਨਾ। ਅਸੀਂ ਵੀ ਉਹਦੇ ਵਾਸਤੇ ਇੱਕ ਇਨੀਸ਼ੀਏਟਿਵ ਲਿਆ ਤੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਲੈ ਕੇ ਜਾ ਰਹੇ ਹਾਂ। ਤੇ ਹਰ ਇੱਕ ਸ਼ਖਸ ਨੂੰ ਆਪਣੇ ਧਰਮ ਦੀ ਗੱਲ ਕਰਨ ਦਾ ਪੂਰਨ ਰੂਪ 'ਚ ਅਧਿਕਾਰ ਹੈ, ਲੇਕਿਨ ਅਸੀਂ ਕਿਸੇ ਦੂਜੇ ਧਰਮ ਬਾਰੇ ਨਹੀਂ ਮਾੜਾ ਬੋਲ ਰਹੇ। ਅਸੀਂ ਕਿਤੇ ਵੀ ਕਿਸੇ ਮੁਸਲਿਮ ਕਲਾਕਾਰ ਨੂੰ, ਕਿਸੇ ਹੋਰ ਭਾਈਚਾਰੇ ਨੂੰ ਅਸੀਂ ਮਾੜਾ ਸ਼ਬਦਾਵਲੀ ਨਹੀਂ ਵਰਤੀ। ਅਸੀਂ ਕੇਵਲ ਤੇ ਕੇਵਲ ਆਪ ਦੇ ਜਿਹੜੇ ਇੱਕ ਪੂਜਾ ਪੱਧਤੀ ਦੇ ਜਿਹੜਾ ਇੱਕ ਜਾਗਰਣ ਹੈ ਉਹਦੀ ਮਰਿਆਦਾ ਦੀ ਗੱਲ ਕੀਤੀ ਹੈ। ਇਸ ਗੱਲ ਨੂੰ ਡਿਵਰਟ ਕੀਤਾ ਜਾ ਰਿਹਾ ਜੋ ਕਿ ਨਿੰਦਣਯੋਗ ਹੈ ਔਰ ਬੜੇ ਅਫਸੋਸ ਦੀ ਗੱਲ ਹੈ, ਵਿਡੰਬਨਾ ਇਹ ਵੀ ਹੈ ਕਿ ਸਾਡੇ ਵੀ ਕੁਝ ਸਨਾਤਨੀ ਭਰਾ ਜਿਹੜੇ ਕਿ ਕਨਫਿਊਜ਼ ਹੋ ਕੇ ਮੈਨੂੰ ਲੱਗਦਾ ਜਾਂ ਕਹਿ ਲਓ ਜਿਨ੍ਹਾਂ ਨੂੰ ਗਿਆਨ ਦੀ ਆਵਸ਼ਕਤਾ, ਸੰਤ ਸਮਾਜ ਤੋਂ ਗਿਆਨ ਲੈਣ ਦੀ ਜ਼ਰੂਰਤ ਹੈ ਵੀ ਅਸਲ 'ਚ ਜਾਗਰਣ ਜਾਂ ਆਯੋਜਨ ਇਹ ਹੈ ਕੀ ਹੈ, ਇਹਦਾ ਮੰਤਵ ਕੀ ਹੈ। ਜੇ ਉੱਥੇ ਉਸ ਆਯੋਜਨ ਦੇ ਵਿੱਚ ਆਉਣ ਵਾਲੀ ਸੰਗਤ ਨੂੰ, ਬੱਚਿਆਂ ਨੂੰ, ਸਨਾਤਨ ਧਰਮ ਪ੍ਰੇਮੀਆਂ ਨੂੰ ਜੇ ਕੋਈ ਅਧਿਆਤਮ ਨਾਲ ਜੁੜੀ ਗੱਲ ਨਹੀਂ ਮਿਲੀ, ਕੇਵਲ ਉੱਥੇ ਗਾਣਾ ਵਜਾਣਾ ਹੀ ਜਾਗਰਣ ਨਹੀਂ ਹੈ, ਇੱਥੇ ਸ਼ਾਸਤਰਾਂ ਦੀ ਗੱਲ ਆ ਜਾਂਦੀ ਹੈ। ਸ਼ਾਸਤਰ ਕੀ ਕਹਿੰਦੇ ਆ ਵੀ ਜਿਹੜਾ ਨਹੀਂ ਸਵਾਰਥ ਭਾਵ ਨਾਲ, ਜਿਹੜਾ ਅਧਿਆਤਮ ਨਾਲ ਜੁੜਿਆ, ਬ੍ਰਹਮ ਗਿਆਨੀ, ਕਥਾ ਵਿਆਸ ਤੇ ਕਥਾ ਪ੍ਰਚਾਰਕ ਜਿਹੜਾ ਉੱਥੇ ਧਰਮ ਦਾ ਪ੍ਰਚਾਰ ਕਰ ਜੂਗਾ, ਉਸ ਤੋਂ ਵੱਡੀ ਗੱਲ ਕੋਈ ਨਹੀਂ ਹੈ। ਤੁਸੀਂ ਜ਼ਰੂਰੀ ਲੱਖਾਂ ਰੁਪਏ ਦੇ ਸਿੰਗਰ ਬੁਲਾਉਣੇ ਆ। ਪਿੱਛੇ ਕਬੀਰ ਨੇ ਬੜਾ ਰੌਲਾ ਪਾਇਆ ਕਿ 8 ਲੱਖ ਰੁਪਇਆ ਕਨ੍ਹਈਆ ਮਿੱਤਲ ਨੇ ਮੰਗਿਆ, ਤੁਸੀਂ 11,000 ਵਾਲਾ ਬੁਲਾ ਲਓ, ਤੁਸੀਂ 5100 'ਚ ਵੀ ਕਈ ਐਸੇ ਕਈ ਨਿਸ਼ਕਾਮ ਵਾਲੇ ਨੇ। ਤੇ ਕਨ੍ਹਈਆ ਮਿੱਤਲ ਵੀ ਮੈਂ ਸੁਣਿਆ ਵੀ ਕਈ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰ 'ਚ ਕੋਈ ਭਗਵਾਨ ਖਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੁੰਦੀ ਉੱਥੇ ਫ੍ਰੀ ਕਰਦਾ,
ਸੰਕੀਰਤਨ ਹੋਰ ਵੀ ਕਈ ਮੰਦਿਰਾਂ 'ਚ ਕਰਦਾ, ਤੇ ਉਹਨੇ ਤਾਂ ਇਹ ਵੀ ਕਿਹਾ ਕਿ ਮੇਰੇ ਨਾਲ ਆ ਕੇ ਗੱਲਬਾਤ ਕਰ ਲਓ। ਇੱਕ ਬਾਏ ਪ੍ਰੋਫੈਸ਼ਨ ਉਹਦੇ ਗੱਲ ਪੈਸੇ ਨਾਲ ਤੋਲਣਾ ਉਹ ਅਲੱਗ ਚੀਜ਼ ਹੈ, ਲੇਕਿਨ ਜਿਹੜਾ ਉਹਦਾ ਸੁਨੇਹਾ ਆਪਣੇ ਸਨਾਤਨੀਆਂ ਨੂੰ ਦੇਣ ਦੇ ਲਈ ਉਹ ਅਲੱਗ ਚੀਜ਼ ਹੈ। ਉਹਨੂੰ ਵਿਵਾਦ ਬਣਾਉਣ ਦਾ ਇੱਕ ਕਾਰਨ ਜਿਹੜਾ ਵਾ ਇਸ ਢੰਗ ਨਾਲ ਦਿੱਤਾ ਜਾ ਰਿਹਾ, ਜੋ ਕਿ ਨਿੰਦਣਯੋਗ ਹੈ। ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸੋ ਇਸ ਸਾਡੇ ਨਾਲ ਸ਼ਿਵ ਸੈਨਾ ਉद्धਵ ਬਾਲਾ ਸਾਹਿਬ ਠਾਕਰੇ ਤੋਂ ਚੰਦਰਕਾਂਤ ਚੱਡਾ ਜੀ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਬੇਸ਼ੱਕ ਕੁਝ ਲੋਕਾਂ ਵੱਲੋਂ ਇਸ ਸੰਵਾਦ ਨੂੰ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਨੂੰ ਧਰਮ ਦੇ ਨਾਮ ਤੇ ਲੋਕਾਂ ਨੂੰ ਨਾ ਲੜਾਇਆ ਜਾਵੇ ਔਰ ਹਰ ਇੱਕ ਗੱਲ ਨੂੰ ਸਹੀ ਤਰੀਕੇ ਨਾਲ ਸਮਝ ਕੇ ਹੀ ਬਿਆਨ ਦਿੱਤਾ ਜਾਵੇ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮ।